ਸਿਆਲ ਦੀ ਇੱਕ ਕਾਲੀ ਘਟਾ ਛਾਈ ਹੋਈ ਸੀ ਅਤੇ ਕੁਝ ਮੀਂਹ ਪੈ ਰਿਹਾ ਸੀ, ਜਿਸ ਨਾਲ ਚਿੱਕੜ ਹੋਇਆ ਸੀ। ਲੋਕ ਆਪਣੇ ਘਰਾਂ ਵਿੱਚ ਲੇਫ ਤਲਾਈਆਂ ਲੈ ਕੇ ਸੁੱਤੇ ਹੋਏ ਸਨ। ਪਹਿਰ ਰਾਤ ਰਹਿੰਦੀ ਜਦ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੋਇਆ ਤਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਗਾਗਰ ਲੈ ਕੇ ਪਾਣੀ ਲੈਣ ਲਈ ਉੱਠੇ ਅਤੇ ਪਾਣੀ ਦੀ ਗਾਗਰ ਭਰ ਕੇ ਹੌਲੀ ਹੌਲੀ ਚਿੱਕੜ ਦੀ ਤਿਲਕਣ ਤੋਂ ਬਚ ਕੇ ਵਾਪਸ ਤੁਰ ਪਏ। ਰਾਸਤੇ ਵਿੱਚ ਜੁਲਾਹੇ ਦੀ ਖੱਡੀ ਦਾ ਕਰੀਰ ਦਾ ਕਿੱਲਾ ਗੱਡਿਆ ਹੋਇਆ ਸੀ। ਅੰਧੇਰੇ ਦੇ ਕਾਰਨ ਆਪ ਜੀ ਨੂੰ ਉਸ ਦਾ ਠੇਡਾ ਲੱਗ ਗਿਆ। ਬ੍ਰਿਧ ਸਰੀਰ ਕਰਕੇ ਆਪ ਜੀ ਨੇ ਗਾਗਰ ਦਾ ਪਾਣੀ ਨਾ ਡੁੱਲਣ ਦਿੱਤਾ ਅਤੇ ਫਿਰ ਆਪਣਾ ਆਪ ਸੰਭਾਲ ਕੇ ਸਿਰ ਤੇ ਚੱਕ ਕੇ ਤੁਰ ਪਏ। ਖੱਡੀ ਵਾਲੀ ਜੁਲਾਹੀ ਤੇ ਜੁਲਾਹੇ ਨੇ ਜਦ ਆਪ ਜੀ ਦੇ ਡਿੱਗਣ ਦਾ ਖੜਾਕ ਸੁਣਿਆ ਤਾਂ ਜੁਲਾਹੇ ਨੇ ਕਿਹਾ, ਬਾਹਰ ਕੌਣ ਹੈ? ਕੋਈ ਚੋਰ ਹੈ ਜਾਂ ਕੋਈ ਹੋਰ ਪੁਰਸ਼? ਜੁਲਾਹੇ ਦੀ ਗੱਲ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਕਿਹਾ, ਮੈਂ ਸਤਿਗੁਰ ਜੀ ਦਾ ਸੇਵਕ ਪਾਣੀ ਲੈ ਕੇ ਆ ਰਿਹਾ ਹਾਂ। ਜੁਲਾਹੇ ਨੇ ਕਿਹਾ, ਇਸ ਮੀਂਹ ਅਤੇ ਅੰਧੇਰੀ ਰਾਤ ਦੇ ਸਮੇਂ ਪਾਲੇ ਵਿੱਚ ਇਹ ਕਿਹੜਾ ਦਾਸ ਹੈ? ਜੁਲਾਹੀ ਨੇ ਕਿਹਾ, ਇਹ ਹੋਰ ਕੋਈ ਐਸਾ ਨਹੀਂ ਹੋ ਸਕਦਾ, ਇੱਕ ਅਮਰੂ ਨਿਥਾਵਾਂ ਹੀ ਇਸ ਸਮੇਂ ਹੋ ਸਕਦਾ ਹੈ, ਜਿਸ ਨੂੰ ਰਾਤ ਦਿਨ ਚੈਨ ਨਹੀਂ ਆਉਂਦਾ ਤੇ ਤੁਰਿਆ ਹੀ ਫਿਰਦਾ ਹੈ। ਸਭ ਲੋਕ ਲਾਜ ਛੱਡ ਕੇ ਤਪੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਰਹਿੰਦਾ ਹੈ। ਜੁਲਾਹੀ ਦੀ ਇਹ ਗੱਲ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਕਿਹਾ, ਮੈਂ ਨਿਥਾਵਾ ਨਹੀਂ ਹਾਂ, ਮੇਰਾ ਸਤਿਗੁਰ ਸਭ ਤੋਂ ਵੱਡਾ ਤੇ ਵੱਡੀ ਸੋਭਾ ਵਾਲਾ ਹੈ। ਤੈਨੂੰ ਅਕਲ ਨਹੀਂ ਹੈ, ਤੂੰ ਕਮਲੀ ਹੈ ਜੋ ਇਹ ਗੱਲ ਕਹਿੰਦੀ ਹੈ। ਇਹ ਗੱਲ ਆ ਕੇ ਆਪ ਜੀ ਜਲ ਲੈ ਕੇ ਗੁਰੂ ਜੀ ਪਾਸ ਆ ਗਏ। ਅੱਗੇ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਇਸ਼ਨਾਨ ਵਾਸਤੇ ਚੌਂਕੀ ਉੱਤੇ ਖੜੇ ਜਲ ਉਡੀਕ ਰਹੇ ਸਨ, ਉਹਨਾਂ ਨੇ ਇਹ ਸਾਰੀ ਵਾਰਤਾ ਸੁਣ ਕੇ ਵਿਚਾਰਿਆ ਕਿ ਅਮਰਦਾਸ ਜੀ ਬੜੇ ਧੀਰਜਵਾਨ ਹਨ, ਇਹਨਾਂ ਦੀ ਪਰਖ ਕਰਨੀ ਚਾਹੀਦੀ ਹੈ। ਸ਼੍ਰੀ ਅਮਰਦਾਸ ਜੀ ਨੇ ਜਲ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਾਇਆ ਤੇ ਹੋਰ ਸੇਵਾ ਵਿੱਚ ਲੱਗ ਗਏ। ਉਧਰ ਆਪ ਜੀ ਦੇ ਬਚਨਾਂ ਕਰਕੇ ਜੁਲਾਹੀ ਕਮਲੀ ਹੋ ਗਈ, ਮੂੰਹ ਤੋਂ ਅਰਲ ਬਰਲ ਬੋਲਣ ਲੱਗ ਪਈ ਅਤੇ ਹੱਥਾਂ ਨੂੰ ਦੰਦੀਆਂ ਵੱਢਦੀ। ਜਦ ਗੁਰੂ ਜੀ ਸਵੇਰੇ ਸਮਾਧੀ ਤੋਂ ਉੱਠੇ ਤਾਂ ਆਪ ਜੀ ਨੇ ਸ਼੍ਰੀ ਅਮਰਦਾਸ ਜੀ ਨੂੰ ਪੁੱਛਿਆ, ਪੁਰਖਾ ਅੱਜ ਅੰਮ੍ਰਿਤ ਵੇਲੇ ਕੀ ਗੱਲ ਹੋਈ ਸੀ? ਉਹ ਸਾਰਾ ਬਿਰਤਾਂਤ ਸਾਨੂੰ ਦੱਸ। ਆਪ ਜੀ ਨੇ ਹੱਥ ਜੋੜ ਕੇ ਕਿਹਾ, ਆਪ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ। ਮੈਨੂੰ ਡਰ ਲੱਗਦਾ ਹੈ ਕਿ ਆਪ ਜੀ ਨੂੰ ਕੋਈ ਗੱਲ ਮੇਰੇ ਪਾਸੋਂ ਹੋਰ ਤਰ੍ਹਾਂ ਨਾ ਸੁਣਾਈ ਜਾਵੇ। ਆਪ ਜੀ ਦਾ ਇਹ ਦੀਨ ਬਚਨ ਸੁਣ ਕੇ ਗੁਰੂ ਜੀ ਨੇ ਜੁਲਾਹੀ ਤੇ ਜੁਲਾਹੇ ਨੂੰ ਬੁਲਾ ਕੇ ਪੁੱਛਿਆ ਕਿ ਸੱਚੋ ਸੱਚ ਦੱਸੋ, ਰਾਤ ਨੂੰ ਕੀ ਵਾਰਤਾ ਹੋਈ ਸੀ? ਜੁਲਾਹੇ ਨੇ ਕਿਹਾ, ਮਹਾਰਾਜ ਇਹਨਾਂ ਦੇ ਡਿੱਗਣ ਨਾਲ ਜਦ ਮੈਂ ਖੜਾਕ ਸੁਣ ਕੇ ਕਿਹਾ, ਕੌਣ ਹੈ? ਤਾਂ ਮੇਰੀ ਇਸ ਘਰ ਵਾਲੀ ਨੇ ਕਿਹਾ, ਇਹ ਅਮਰੂ ਨਿਥਾਵਾ ਹੋਵੇਗਾ। ਇਹਨਾਂ ਨੇ ਇਹ ਗੱਲ ਸੁਣ ਕੇ ਕਿਹਾ, ਚੱਲੀਏ, ਮੈਂ ਨਿਥਾਵਾ ਨਹੀਂ ਹਾਂ। ਇਹਨਾਂ ਦੇ 10 ਬਚਨ ਨਾਲ ਹੀ ਮੇਰੀ ਘਰ ਵਾਲੀ ਚੱਲੀ ਹੋਈ ਹੈ। ਆਪ ਕਿਰਪਾ ਕਰੋ, ਇਹ ਰਾਜੀ ਹੋ ਕੇ ਆਪਣੇ ਘਰ ਦਾ ਕੰਮਕਾਜ ਕਰੇ, ਨਹੀਂ ਤਾਂ ਮੇਰਾ ਘਰ ਵੀਰਾਨ ਹੋ ਜਾਵੇਗਾ। ਤਦ ਗੁਰੂ ਜੀ ਨੇ ਕਿਹਾ, ਸ਼੍ਰੀ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਨਿਮਾਣਿਆਂ ਦਾ ਮਾਣ ਹੈ, ਨਿਓਟਿਆਂ ਦੀ ਓਟ ਹੈ, ਨਿਧਰਿਆਂ ਦੀ ਧੀਰ ਹੈ, ਨਿਝੋਰਿਆਂ ਦਾ ਜ਼ੋਰ ਹੈ। ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ। ਇਤਿਆਦਿਕ ਗੁਰੂ ਜੀ ਨੇ 12 ਵਰ ਦਿੱਤੇ ਅਤੇ ਪ੍ਰਸੰਨ ਹੋ ਕੇ ਆਪਣੇ ਗਲ ਨਾਲ ਲਾ ਲਿਆ ਤੇ ਬਚਨ ਕੀਤਾ ਕਿ ਮੇਰੇ ਅੰਗਾਂ ਨਾਲ ਮਿਲ ਕੇ ਤੁਸੀਂ ਮੇਰਾ ਹੀ ਰੂਪ ਹੋ ਗਏ ਹੋ। ਉਧਰ ਕਿਰਪਾ ਦ੍ਰਿਸ਼ਟੀ ਕਰਕੇ ਜੁਲਾਹੀ ਨੂੰ ਰਾਜੀ ਕਰ ਦਿੱਤਾ ਤੇ ਉਹ ਦੋਨੋਂ ਹੀ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਨੂੰ ਚਲੇ ਗਏ। ਇਹ ਵਰ ਦੇ ਕੇ ਅਤੇ ਆਪਣੇ ਗਲੇ ਨਾਲ ਲਾ ਕੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿਰ ਤੋਂ 11 ਸਾਲਾਂ ਦੇ ਹੇਠ ਉੱਪਰ ਬੱਧੇ ਹੋਏ ਰੁਮਾਲਾਂ ਦੀ ਪੰਡ ਲਾ ਦਿੱਤੀ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੜੀ ਸੋਹਣੀ ਤਰ੍ਹਾਂ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਹਿਨਾਓ। ਅੱਜ ਤੋਂ ਇਹ ਸਾਡਾ ਰੂਪ ਹਨ ਅਤੇ ਅਸੀਂ ਆਪਣੇ ਥਾਂ ਇਹਨਾਂ ਨੂੰ ਗੁਰਗੱਦੀ ਉੱਤੇ ਬਿਠਾਵਾਂਗੇ। ਇਹ ਬਚਨ ਗੁਰੂ ਜੀ ਨੇ ਸਾਰੀ ਸਿੱਖ ਸੰਗਤ ਨੂੰ ਸੁਣਾ ਕੇ ਸ੍ਰੀ ਅਮਰਦਾਸ ਜੀ ਨੂੰ ਪੁੱਛਿਆ, ਹੇ ਪੁਰਖਾ, ਤੁਹਾਡੇ ਘਰ ਕੀ ਸੰਤਾਨ ਹੈ? ਪੁੱਤਰ ਅਤੇ ਪੁੱਤਰੀਆਂ ਕਿੰਨੇ ਹਨ? ਇਸ ਪਰ ਸ੍ਰੀ ਅਮਰਦਾਸ ਜੀ ਨੇ ਹੱਥ ਜੋੜ ਕੇ ਦੱਸਿਆ, ਸੱਚੇ ਪਾਤਸ਼ਾਹ, ਭਾਵੇਂ ਆਪ ਸਭ ਜਾਣੀ ਜਾਣ ਹੋ, ਪਰ ਫਿਰ ਵੀ ਆਪ ਜੀ ਦੀ ਆਗਿਆ ਅਨੁਸਾਰ ਦੱਸਦਾ ਹਾਂ। 2 ਪੁੱਤਰ ਮੋਹਣ ਤੇ ਮੋਹਰੀ ਨਾਮ ਕਰਕੇ ਹਨ ਅਤੇ 2 ਪੁੱਤਰੀਆਂ ਬੀਬੀ ਭਾਨੀ ਤੇ ਦਾਨੀ ਹਨ। ਇਹ ਉੱਤਰ ਸੁਣ ਕੇ ਗੁਰੂ ਜੀ ਨੇ ਕਿਹਾ, ਹੁਣ ਤੁਸੀਂ ਖਡੂਰ ਛੱਡ ਕੇ ਕੋਈ ਹੋਰ ਥਾਂ ਵਸਣ ਵਾਸਤੇ ਲੱਭੋ। ਜਿਵੇਂ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਿਆਈ ਦਿੱਤੀ ਸੀ ਤਾਂ ਸਾਨੂੰ ਆਪਣੇ ਪਾਸ ਕਰਤਾਰਪੁਰ ਨਹੀਂ ਰਹਿਣ ਦਿੱਤਾ ਸੀ, ਇਸ ਤਰ੍ਹਾਂ ਤੁਸੀਂ ਵੀ ਆਪਣਾ ਵੱਖਰਾ ਟਿਕਾਣਾ ਬਣਾ ਕੇ ਵਸੋ। ਸਾਡੇ ਪੁੱਤਰ ਦਾਸੂ ਤੇ ਦਾਤੂ ਇੱਥੇ ਆਪਣੇ ਘਰ ਰਹਿਣਗੇ, ਨਾ ਉਹ ਤੁਹਾਨੂੰ ਵੇਖਣਗੇ ਤੇ ਨਾ ਹੀ ਤੁਹਾਡੇ ਨਾਲ ਈਰਖਾ ਕਰਨਗੇ।
ਦੂਸਰੇ ਦਿਨ ਗੁਰੂ ਜੀ ਦਾ ਦੀਵਾਨ ਸਜ ਰਿਹਾ ਸੀ। ਸਿੱਖ ਸੇਵਕ ਦਰਸ਼ਨ ਕਰਕੇ ਕਿਤਾਰਥ ਹੋ ਰਹੇ ਸਨ। ਇੰਨੇ ਨੂੰ ਇੱਕ ਗੋਂਦਾ ਨਾਮ ਦੇ ਖੱਤਰੀ ਨੇ ਆਣ ਕੇ ਨਮਸਕਾਰ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਲੋਕਾਂ ਪਾਸੋਂ ਆਪ ਜੀ ਦੀ ਸਿਫਤ ਸੁਣ ਕੇ ਆਇਆ ਹਾਂ। ਗੁਪਤ ਪ੍ਰਗਟ ਸਭ ਜੀਵ ਤੁਹਾਡੇ ਹੁਕਮ ਵਿੱਚ ਚੱਲਦੇ ਹਨ। ਮੈਂ ਇਸ ਵਾਸਤੇ ਹਾਜ਼ਰ ਹੋਇਆ ਹਾਂ ਕਿ ਮੇਰਾ ਪਿੰਡ ਭੂਤ ਨੇ ਵਸਣ ਨਹੀਂ ਦਿੰਦੇ। ਕਈ ਭੂਤਾਂ ਪ੍ਰੇਤਾਂ ਨੇ ਨਗਰ ਵਿੱਚ ਡੇਰਾ ਲਾਇਆ ਹੋਇਆ ਹੈ। ਕੋਈ ਹੋਰ ਪੁਰਸ਼ ਇੱਥੇ ਵਸ ਨਹੀਂ ਸਕਦਾ। ਨਗਰ ਉਜਾੜ ਪਿਆ ਹੋਇਆ ਹੈ। ਆਪ ਕਿਰਪਾ ਕਰਕੇ ਆਪਣੇ ਚਰਨ ਪਾ ਕੇ ਮੇਰਾ ਨਗਰ ਵਸਾਉਣਾ ਕਰੋ। ਆਪ ਜੀ ਦੇ ਨਿਵਾਸ ਵਾਸਤੇ ਮੈਂ ਉੱਥੇ ਸੁੰਦਰ ਮੰਦਰ ਪਵਾ ਦਿਆਂਗਾ। ਆਪ ਜ਼ਰੂਰ ਕਿਰਪਾ ਕਰੋ ਜੀ। ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ, ਭੂਤਾਂ ਨੇ ਤੇਰੇ ਨਗਰ ਵਿੱਚ ਕਿੰਨੇ ਕੁ ਸਮੇਂ ਤੋਂ ਡੇਰਾ ਲਾਇਆ ਹੋਇਆ ਹੈ ਅਤੇ ਭੂਤਾਂ ਦੇ ਇੱਥੇ ਵਸਣ ਦਾ ਕਾਰਨ ਕੀ ਹੈ? ਗੁਰੂ ਜੀ ਦੇ ਇਸ ਪ੍ਰਸ਼ਨ ਦਾ ਉੱਤਰ ਗਾਉਂਦੇ ਨੇ ਦੱਸਿਆ ਕਿ ਮਹਾਰਾਜ, ਇਹ ਵਾਰਤਾ ਇਸ ਤਰ੍ਹਾਂ ਹੋਈ ਕਿ ਇਸ ਜਗ੍ਹਾ ਵਾਸਤੇ ਮੇਰੇ ਸ਼ਰੀਕਾਂ ਨਾਲ ਝਗੜਾ ਹੋ ਗਿਆ। ਉਹ ਕਹਿਣ ਜਗ੍ਹਾ ਸਾਡੀ ਹੈ, ਮੈਂ ਕਿਹਾ ਮੇਰੀ ਹੈ। ਕਈ ਸਿਆਣਿਆਂ ਨੇ ਬੈਠ ਕੇ ਝਗੜਾ ਮੁਕਾਉਣਾ ਚਾਹਿਆ, ਪਰ ਝਗੜਾ ਨਾ ਮੁੱਕਾ। ਤਦ ਅਸੀਂ ਦੋਵੇਂ ਧਿਰਾਂ ਦਿੱਲੀ ਬਾਦਸ਼ਾਹ ਪਾਸ ਨਿਆਂ ਕਰਾਉਣ ਚਲੇ ਗਏ। ਬਾਦਸ਼ਾਹ ਨੇ ਇਹ ਨਿਆਂ ਕੀਤਾ ਕਿ ਸਹੁੰ ਖਾ ਕੇ ਆਪਣੀ ਜਗ੍ਹਾ ਲੈ ਲਵੋ। ਤਦ ਮੈਂ ਝੂਠੀ ਸਹੁੰ ਚੁੱਕ ਕੇ ਝਗੜਾ ਜਿੱਤ ਕੇ ਘਰ ਆ ਗਿਆ। ਪਰ ਜਦ ਮੈਂ ਇਸ ਨੂੰ ਵਸਾਇਆ ਤਾਂ ਪ੍ਰੇਤਾਂ ਨੇ ਇਹ ਜਾਣ ਕਰਕੇ ਕਿ ਇਸ ਨੇ ਝੂਠੀ ਸਹੁੰ ਖਾ ਕੇ ਅਧਰਮ ਕੀਤਾ ਹੈ, ਤਾਂ ਉਹ ਇਸ ਨੂੰ ਵੱਡਾ ਪਾਪ ਸਮਝ ਕੇ ਦੇਸਾਂ ਦੇਸ਼ਾਂਤਰਾਂ ਤੋਂ ਆਣ ਕੇ ਇੱਥੇ ਇਕੱਠੇ ਹੋ ਗਏ। ਡਰ ਕਰਕੇ ਇੱਥੇ ਹੁਣ ਕੋਈ ਪੁਰਸ਼ ਨਹੀਂ ਵਸਦਾ, ਅਤੇ ਜੇ ਕੋਈ ਵਸਦਾ ਹੈ ਤਾਂ ਭੂਤ ਪ੍ਰੇਤ ਉਸ ਨੂੰ ਉਜਾੜ ਦਿੰਦੇ ਹਨ। ਇਸ ਦਾ ਉਪਾਅ ਆਪ ਜੀ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਤੁਹਾਡੇ ਚਰਨ ਪੈਣ ਨਾਲ ਜਗ੍ਹਾ ਪਵਿੱਤਰ ਹੋ ਜਾਏਗੀ ਤੇ ਭੂਤ ਪ੍ਰੇਤ ਨਿਕਲ ਜਾਣਗੇ। ਗੋਂਦੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਦਾਸੂ ਜੀ ਨੂੰ ਕਿਹਾ ਕਿ ਤੁਸੀਂ ਇਸ ਖੱਤਰੀ ਦੇ ਨਾਲ ਜਾਓ ਤੇ ਪ੍ਰੇਤਾਂ ਨੂੰ ਕੱਢ ਕੇ ਇਸ ਦਾ ਨਗਰ ਵਸਾਓ। ਦਾਸੂ ਜੀ ਨੇ ਕਿਹਾ, ਮੈਂ ਭੂਤਾਂ ਪ੍ਰੇਤਾਂ ਵਿੱਚ ਜਾ ਕੇ ਕੀ ਲੈਣਾ ਹੈ? ਆਪਣੇ ਨਗਰ ਖਡੂਰ ਵਿੱਚ ਸਾਡਾ ਰਹਿਣਾ ਠੀਕ ਹੈ। ਫਿਰ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਦਾਤੂ ਨੂੰ ਆਖਿਆ, ਦਾਤੂ ਜੀ, ਤੁਸੀਂ ਇਸ ਦੇ ਨਾਲ ਜਾਓ ਤੇ ਭੂਤਾਂ ਪ੍ਰੇਤਾਂ ਨੂੰ ਕੱਢ ਕੇ ਇਸ ਦਾ ਨਗਰ ਵਸਾਉਣਾ ਕਰੋ। ਦਾਸੂ ਜੀ ਨੇ ਕਿਹਾ, ਪਿਤਾ ਜੀ, ਸਾਨੂੰ ਉੱਥੇ ਜਾਣ ਦੀ ਕੀ ਲੋੜ ਹੈ? ਅਸੀਂ ਤਾਂ ਖਡੂਰ ਹੀ ਵਸਾਂਗੇ। ਆਪਣੇ ਕੰਮਾਂ ਵਾਸਤੇ ਬਹੁਤ ਲੋਕ ਆਉਂਦੇ ਹਨ। ਅਸੀਂ ਕਿਸ ਨਾਲ ਉੱਠ ਕੇ ਤੁਰ ਪਈਏ? ਸਾਨੂੰ ਕੀ, ਭਾਵੇਂ ਕੋਈ ਉਜੜੇ ਤੇ ਭਾਵੇਂ ਕੋਈ ਵਸੇ। ਇਸ ਤਰ੍ਹਾਂ ਦੋਹਾਂ ਪੁੱਤਰਾਂ ਪਾਸੋਂ ਉੱਤਰ ਸੁਣ ਕੇ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਵੱਲ ਵੇਖ ਕੇ ਆਖਿਆ, ਪੁਰਖਾ, ਤੁਸੀਂ ਇਸ ਖੱਤਰੀ ਨਾਲ ਜਾ ਕੇ ਅਤੇ ਭੂਤਾਂ ਪ੍ਰੇਤਾਂ ਨੂੰ ਕੱਢ ਕੇ ਸੁੰਦਰ ਨਗਰ ਵਸਾਓ। ਜੋ ਗੁਰੂ ਕੀਰਤੀ ਦਾ ਧਾਮ ਹੋਵੇ। ਇਹ ਬਚਨ ਸੁਣਦੇ ਸਾਰ ਹੀ ਸ਼੍ਰੀ ਅਮਰਦਾਸ ਜੀ ਲੱਕ ਬੰਨ੍ਹ ਕੇ ਗਾਉਂਦੇ ਨਾਲ ਜਾਣ ਵਾਸਤੇ ਤਿਆਰ ਹੋ ਪਏ। ਤਦ ਗੁਰੂ ਜੀ ਨੇ ਆਪਣੀ ਛੜੀ ਦੇ ਕੇ ਆਖਿਆ ਕਿ ਇਸ ਸਾਡੀ ਛੜੀ ਨੂੰ ਵੇਖ ਕੇ ਸਾਰੇ ਭੂਤ ਪ੍ਰੇਤ ਨੱਸ ਜਾਣਗੇ। ਛੜੀ ਲੈ ਕੇ ਗੁਰੂ ਜੀ ਨੂੰ ਨਮਸਕਾਰ ਕਰ ਆਪ ਜੀ ਗਾਉਂਦੇ ਨਾਲ ਤੁਰ ਪਏ। 3 ਕੋਹ ਤੱਕ ਸ਼੍ਰੀ ਅਮਰਦਾਸ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਪੁੱਠੇ ਪੈਰੀ ਗੁਰੂ ਜੀ ਵੱਲ ਮੂੰਹ ਕਰਕੇ ਗਏ, ਜਿੱਥੇ ਜਪਜੀ ਦਾ ਭੋਗ ਪਾ ਕਰਕੇ ਅਤੇ ਨਮਸਕਾਰ ਕਰਕੇ ਗੋਂਦੇਵਾਲ ਵੱਲ ਸਿੱਧਾ ਮੂੰਹ ਕਰਕੇ ਚੱਲੇ। ਗੁਰੂ ਜੀ ਦੀ ਛੜੀ ਹੱਥ ਵਿੱਚ ਉੱਚੀ ਕਰਕੇ ਫੜ ਲਈ, ਜਿਸ ਨੂੰ ਵੇਖ ਕੇ ਭੂਤਾਂ ਪ੍ਰੇਤਾਂ ਨੂੰ ਭੁਜਲੀ ਪੈ ਗਈ। ਉਹਨਾਂ ਦੇ ਸਰੀਰ ਸੜਨ ਲੱਗ ਪਏ ਅਤੇ ਉਹ ਵਾਹੋ ਦਾਹੀ ਉੱਠ ਕੇ ਜਾਣ ਲੱਗੇ। ਜਿਉਂ-ਜਿਉਂ ਗੁਰੂ ਜੀ ਉੱਚਾ ਹੱਥ ਕਰਕੇ ਛੜੀ ਹਿਲਾਉਂਦੇ ਜਾਂਦੇ, ਤਿਉਂ-ਤਿਉਂ ਹੀ ਭੂਤ ਪ੍ਰੇਤਾਂ ਨੂੰ ਅਗਨੀ ਦਾ ਸੇਕ ਲੱਗੇ ਤੇ ਉਹ ਨੱਠੇ ਜਾਣ। ਕਈ ਭੂਤ ਪ੍ਰੇਤ ਹੱਥ ਜੋੜ ਕੇ ਬੇਨਤੀਆਂ ਕਰਦੇ ਕਿ ਸਾਨੂੰ ਆਪਣਾ ਡੇਰਾ ਸੰਭਾਲ ਲੈਣ ਦਿਓ, ਛੜੀ ਨਾ ਹਿਲਾਵੋ, ਅਸੀਂ ਛੇਤੀ ਹੀ ਨਿਕਲ ਜਾਵਾਂਗੇ। ਇਸ ਤਰ੍ਹਾਂ ਜਦ ਬਹੁਤ ਰੌਲਾ ਕਰਕੇ ਸਾਰੇ ਪ੍ਰੇਤ ਨਿਕਲ ਗਏ ਤਾਂ ਉਹਨਾਂ ਵਿੱਚੋਂ ਇੱਕ ਜੋ ਗਰਭਵਤੀ ਦੇਵਣੀ ਸੀ, ਜਦ ਉਹ ਡਰ ਕੇ ਦੌੜੀ ਤਾਂ ਉਸ ਦਾ ਗਰਭ ਗਿਰ ਗਿਆ, ਜਿਸ ਵਿੱਚ 2 ਬੱਚੇ ਹੋਏ। ਉੱਥੇ ਜਵਾਰ ਦਾ ਖੇਤ ਸੀ ਜੋ ਉੱਪਰੋਂ ਕੱਟਿਆ ਹੋਇਆ ਸੀ ਤੇ ਖੇਤ ਵਿੱਚ ਉਸ ਦੇ ਬੁੱਥੇ ਖੜੇ ਸਨ। ਇੱਕ ਬੱਚੇ ਦੀ ਅੱਖ ਵਿੱਚ ਬੁੱਥਾ ਵੱਜਾ, ਜਿਸ ਕਰਕੇ ਉਸ ਦੀ ਇੱਕ ਅੱਖ ਕਾਣੀ ਹੋ ਗਈ। ਇਹ ਕਾਣਾ ਦੇਵ ਬਠਿੰਡੇ ਦੇ ਕਿਲੇ ਵਿੱਚ ਜਾ ਵਸਿਆ, ਜਿਸ ਨੂੰ ਕਲਗੀਧਰ ਜੀ ਨੇ ਆਪਣੇ ਦਮਦਮੇ ਨਿਵਾਸ ਸਮੇਂ ਜਾ ਕੇ ਕੱਢਿਆ ਸੀ। ਦੂਸਰੇ ਬੱਚੇ ਦੀ ਡਿੱਗ ਕੇ ਬਾਂਹ ਟੁੱਟ ਗਈ। ਇਹ ਵੱਡਾ ਹੋ ਕੇ ਮਨਸੂਰਪੁਰ ਛੀਂਟਾਂ ਵਾਲਾ ਜਾ ਵਸਿਆ। ਇਸ ਤਰ੍ਹਾਂ ਗੋਂਦੇ ਦਾ ਪਿੰਡ ਭੂਤਾਂ ਪ੍ਰੇਤਾਂ ਤੋਂ ਖਾਲੀ ਹੋ ਗਿਆ। ਉਪਰੰਤ ਸ੍ਰੀ ਅਮਰਦਾਸ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਇੱਕ ਬਰਤਨ ਵਿੱਚ ਜਲ ਲੈ ਕੇ ਸਤਨਾਮ ਦਾ ਸਿਮਰਨ ਕਰਕੇ ਨਗਰ ਅਸਥਾਨ ਦੇ ਚੁਫੇਰੇ ਛਿੜਕ ਦਿੱਤਾ ਅਤੇ ਆਪ ਗੁਰੂ ਜੀ ਦੀ ਛੜੀ ਨਾਲ ਲਕੀਰ ਪਾ ਦਿੱਤੀ ਕਿ ਇਸ ਦੇ ਅੰਦਰ ਫਿਰ ਕੋਈ ਭੂਤ ਪ੍ਰੇਤ ਮੁੜ ਕੇ ਨਾ ਆ ਜਾਵੇ। ਫਿਰ ਸ੍ਰੀ ਗੁਰੂ ਅਮਰਦਾਸ ਜੀ ਨੇ ਮਿੱਠਾ ਮੰਗਵਾ ਕੇ ਗੁਰੂ ਨਾਨਕ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਨਾਮ ਲੈ ਕੇ ਅਰਦਾਸ ਕਰਕੇ ਨਗਰ ਦੀ ਨੀਂਹ ਰੱਖ ਦਿੱਤੀ ਅਤੇ ਮਿੱਠਾ ਵਰਤਾਇਆ। ਪਿੰਡ ਦਾ ਨਾਮ ਗੋਂਦੇ ਦੇ ਨਾਮ ਉੱਤੇ ਗੋਇੰਦਵਾਲ ਰੱਖਿਆ। ਇਹ ਸਾਰੀ ਕਾਰਵਾਈ ਵੇਖ ਕੇ ਗੋਂਦਾ ਬੜਾ ਪ੍ਰਸੰਨ ਹੋਇਆ ਸੀ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ।
ਗੋਇੰਦਵਾਲ ਸਾਹਿਬ ਦੀ ਪੂਰੀ ਉਸਾਰੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਸੰਗਤ ਜੀ ਸਾਥ ਬਣਾਈ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।